ਸਤਿ ਸ਼੍ਰੀ ਅਕਾਲ ਜੀ। ਅੱਜ ਤੋਂ ਪਹਿਲਾਂ ਅਸੀਂ ਨਜ਼ਾਬਤ ਦੇ ਜੀਵਨ, ਰਚਨਾ ਅਤੇ ਸਾਹਿਤ ਨੂੰ ਕੀ ਦੇਣ ਹੈ ਉਹਨਾਂ ਬਾਰੇ ਜਾਣਿਆ। ਅਤੇ ਅੱਜ ਸਾਡਾ ਚਰਚਾ ਦਾ ਵਿਸ਼ਾ ਰਹੇਗਾ ਨਜ਼ਾਬਤ ਦੀ ਲਿਖੀ ਹੋਈ ਨਾਦਰ ਸ਼ਾਹ ਦੀ ਵਾਰ। ਉਸਦਾ ਪਹਿਲਾ ਸਿਰਲੇਖ ਹੈ ਹਿੰਦੁਸਤਾਨ। ਸਹੀ ਸੱਚ ਖੁਦਾਵੰਦ ਬਾਦਸ਼ਾਹ, ਸੱਚੇ ਕੰਮ ਤੇਰੇ ਸੁਭਾਨਾ, ਸਰ ਪਰ ਉਹਾ ਹੋਸੀਆ, ਜਿਹੜੀ ਲਿਖੀ ਹੈ ਵਿੱਚ ਕੁਰਾਨਾ। ਇਹ ਵਾਰ ਨਾਦਰ ਸ਼ਾਹ ਦੀ ਵਾਰ ਜੋ ਨਜ਼ਾਬਤ ਨੇ ਲਿਖੀ ਹੈ, ਸਿਰਲੇਖ ਹੈ ਹਿੰਦੁਸਤਾਨ। ਇਸ ਵਿੱਚ ਕਵੀ ਨੇ ਈਰਾਨੀ ਬਾਦਸ਼ਾਹ ਨਾਦਰ ਸ਼ਾਹ ਦੇ ਭਾਰਤ ਦੇ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਦੇ ਉੱਤੇ ਕੀਤੇ ਹਮਲੇ ਦਾ ਵਰਣਨ ਕੀਤਾ ਹੈ। ਇਸ ਲੜਾਈ ਦਾ ਮੂਲ ਕਾਰਨ ਹਿੰਦੂ ਮਿਥਿਹਾਸ ਦੀਆਂ ਝਗੜਾ ਪੈਦਾ ਕਰਨ ਵਾਲੀਆਂ ਸ਼ਕਤੀਆਂ ਕਲ ਅਤੇ ਨਾਰਦ ਨੂੰ ਮੰਨਿਆ ਗਿਆ ਹੈ। ਇਸ ਬੰਦ ਵਿੱਚ ਰੱਬ ਦੀ ਉਸਤਤ ਕਰਨ ਤੋਂ ਬਿਨਾਂ ਉਸ ਸਮੇਂ ਦੀ ਗਿਰਾਵਟ ਭਰੀ ਸਮਾਜਿਕ ਅਤੇ ਰਾਜਨੀਤਿਕ ਅਵਸਥਾ ਦਾ ਵਰਣਨ ਵੀ ਕੀਤਾ ਗਿਆ ਹੈ। ਸਹੀ ਸੱਚ ਖੁਦਾਵੰਦ ਬਾਦਸ਼ਾਹ, ਸੱਚੇ ਕੰਮ ਤੇਰੇ ਸੁਭਾਨਾ। ਖੁਦਾਵੰਦ ਹੁੰਦਾ ਮਾਲਕ, ਸੁਭਾਨਾ ਹੁੰਦਾ ਪਵਿੱਤਰ, ਸਰ ਪਰ ਹੁੰਦਾ ਜ਼ਰੂਰੀ, ਸਰ ਪਰ ਉਆ ਹੋਸੀਆ, ਜਿਹੜੀ ਲਿਖੀ ਹੈ ਵਿੱਚ ਕੁਰਾਨਾ। ਕਵੀ ਨਜ਼ਾਬਤ ਲਿਖਦਾ ਹੈ ਕਿ ਹੇ ਸੱਚੇ ਮਾਲਕ, ਸਹੀ ਸੱਚ, ਹੇ ਸੱਚੇ ਮਾਲਕ, ਬਾਦਸ਼ਾਹ ਪਾਤਸ਼ਾਹ, ਹੇ ਸੱਚੇ ਪਾਤਸ਼ਾਹ, ਹੇ ਸੱਚੇ ਪਰਮਾਤਮਾ, ਤੇਰੇ ਸਾਰੇ ਕੰਮ ਹੀ ਸੱਚੇ ਹਨ। ਸਰ ਪਰ ਉਆ ਹੋਸੀਆ, ਕਹਿੰਦੇ ਧਰਤੀ 'ਤੇ ਉਹੀ ਕੁਝ ਹੋਵੇਗਾ ਜਿਹੜੀ ਲਿਖੀ ਹੈ ਵਿੱਚ ਕੁਰਾਨਾ, ਜੋ ਕੁਝ ਕੁਰਾਨ ਸ਼ਰੀਫ ਦੇ ਵਿੱਚ ਲਿਖਿਆ ਹੋਇਆ ਹੈ। ਹੇ ਪ੍ਰਭੂ, ਸਦੀ ਨਬੀ ਦੀ 12ਵੀਂ ਵੱਡੇ ਫਿਕਰ ਪਏ ਖਾਨਦਾਨਾ, ਜ਼ੁਲਮ ਜਿਮੀ 'ਤੇ ਵਰਤਿਆ ਕੂੜ ਮਕਰ ਬਹਾਨਾ। ਮਕਰ ਹੁੰਦਾ ਪਖੰਡ ਕਰਨਾ। ਕਹਿੰਦੇ ਤੂੰ ਹਿਜਰੀ ਸਨ 12ਵੀਂ ਸਦੀ ਵਿੱਚ ਵੱਡੇ ਵੱਡੇ ਖਾਨਦਾਨ, ਭਾਵ ਕਿ ਜਿਹੜੇ ਰੱਜੇ ਪੁੱਜੇ ਸਾਊ ਪਰਿਵਾਰ ਸਨ, ਕਹਿੰਦੇ ਉਹਨਾਂ ਨੂੰ ਵੀ ਤੂੰ ਮੁਸੀਬਤਾਂ ਦੇ ਵਿੱਚ ਪਾ ਦਿੱਤਾ ਸੀ। ਜ਼ੁਲਮ ਜਿਮੀ 'ਤੇ ਵਰਤਿਆ, ਜਿਵੇਂ ਹੁੰਦਾ ਧਰਤੀ, ਸਾਰੀ ਧਰਤੀ ਦੇ ਉੱਤੇ ਜ਼ੁਲਮ ਹੋਣ ਲੱਗ ਪਏ ਸਨ। ਕੂੜ ਮਕਰ ਬਹਾਨਾ, ਝੂਠ ਪਖੰਡ ਅਤੇ ਬਹਾਨੇਬਾਜ਼ੀ ਵੀ ਵੱਧ ਗਈ ਸੀ। ਸਾਰੇ ਸੰਸਾਰ ਦੇ ਭਾਜੀ ਦਗੇ ਫਰੇਬ ਦੀ ਫਿਰ ਵਿੱਚ ਫਿਰੀ ਜਹਾਨਾ। ਕਹਿੰਦੇ ਸਾਰੇ ਸੰਸਾਰ ਦੇ ਵਿੱਚ ਫਰੇਬ, ਧੋਖਾ, ਚਲਾਕੀ ਦਾ ਵਰਤਾਰਾ ਵੀ ਹੋ ਗਿਆ ਸੀ। ਅਜਿਹਾ ਮਾਹੌਲ ਸਾਰੇ ਸੰਸਾਰ ਦੇ ਵਿੱਚ ਕੀ ਹੈ, ਫੈਲ ਗਿਆ ਸੀ। ਝੂਠ ਪਖੰਡ ਅਤੇ ਬਹਾਨੇਬਾਜ਼ੀ ਹੋਰ ਵੱਧ ਗਈ ਸੀ। ਮੁਸਾਹਿਬ ਤੇ ਚੋਰ ਕਚਹਿਰੀਆਂ ਲਾ ਬੈਨ ਦੀਵਾਨਾ। ਚੋਰ ਅਤੇ ਉਹਨਾਂ ਦੇ ਜੁੰਡਲੀਦਾਰ ਬਾਦਸ਼ਾਹ ਬਣ ਕੇ ਕਚਹਿਰੀਆਂ ਅਤੇ ਦੀਵਾਨ ਲਾ ਲਾ ਕੇ ਬੈਠਣ ਲੱਗ ਪਏ ਸਨ। ਰਲ ਸਿਫਲ ਕਰਨ ਮਜਾਲਸਾਂ, ਅਦਲ ਇਨਸਾਫ ਗਿਆ ਸੁਲਤਾਨਾ। ਮਜਲਸਾ ਹੁੰਦਾ ਇਕੱਠ, ਅਦਲ ਹੁੰਦਾ ਨਿਆਂ, ਸੁਲਤਾਨਾ ਹੁੰਦਾ ਬਾਦਸ਼ਾਹ। ਚੜ ਘੋੜੇ ਦੌੜਨ ਆਜੜੀ, ਜਲੇਬ ਟੁਰਨ ਅਸੀਲ ਜਵਾਨਾ। ਕਵੀ ਨਜ਼ਾਬਤ ਲਿਖਦਾ ਹੈ, ਕਹਿੰਦੇ ਜਿਸ ਵੇਲੇ ਨਾਦਰ ਸ਼ਾਹ ਨੇ ਭਾਰਤ ਦੀ ਧਰਤੀ ਉੱਤੇ ਹੱਲਾ ਬੋਲਿਆ ਸੀ, ਉਸ ਵੇਲੇ ਕਮੀਨੇ ਆਦਮੀ ਸਭਾਵਾਂ ਵਿੱਚ ਬੈਠ ਕੇ ਰਲ ਸਿਫਲ ਕਰਨ ਮਜਲਸਾਂ, ਕਹਿੰਦੇ ਜਿਹੜੇ ਬਹੁਤ ਕਮੀਨੇ ਲੋਕ ਸਨ, ਗਿਰੇ ਹੋਏ ਲੋਕ ਸਨ, ਉਹ ਸਭਾਵਾਂ ਦੇ ਵਿੱਚ ਇਕੱਠੇ ਹੋ ਗਏ ਸਨ। ਅਦਲ ਇਨਸਾਫ ਗਿਆ ਸੁਲਤਾਨਾ, ਅਤੇ ਬਾਦਸ਼ਾਹ ਨੇ ਇਨਸਾਫ ਕਰਨਾ ਵੀ ਛੱਡ ਦਿੱਤਾ ਸੀ। ਚੜ ਘੋੜੇ ਦੌੜਨ ਆਜੜੀ, ਕਹਿੰਦੇ ਆਜੜੀ ਬਾਦਸ਼ਾਹ ਦੇ ਵਾਂਗ ਘੋੜਿਆਂ 'ਤੇ ਚੜੇ ਫਿਰਦੇ ਸਨ। ਜਲੇਬ ਟੁਰਨ ਅਸੀਲ ਜਵਾਨਾ, ਅਤੇ ਸਾਊ ਖਾਨਦਾਨਾਂ ਦੇ ਲੋਕੀ ਉਹਨਾਂ ਦੇ ਘੋੜਿਆਂ ਦੀ ਲਗਾਮ ਫੜ ਕੇ ਗੁਲਾਮਾਂ ਦੇ ਵਾਂਗ ਪੈਦਲ ਤੁਰੇ ਫਿਰਦੇ ਸਨ।
छटा पावन अराकियां खरक आन खले मैदाना। कहते घोड़ियां नूं खोतियां दी तरह, खरक खोता, खोतियां दी तरह छटा चुकनियां पै रहीआं सन। खोते रसालियां विच भर्ती हो के रण भूमि विच आ खड़े सन। मरदा थी गया जाबता, जाबता दा दबदबा, गलब पिया जनाना। कहते मर्दां दा इस्त्रियां उत्ते कोई रोब दाब नहीं सी रहा, सगों तीवियां मर्दां दे उत्ते हावी हो रहीआं सन। चढ़ नौकर कौन दे बादशाह, उल्ट पिया जमाना, पर रब्बा रख निगाह विच पाक परवतगार रहमाना। इस तरह जिहड़ा समा है, जमाना है, वो बिल्कुल उल्ट गया है, बदल गया है। बादशाह दे जिहड़े नौकर ने ਉਹੀ ਉਹਨਾਂ ਨੂੰ ਕੋਸਣ ਲੱਗ ਪਏ ਨੇ, ਕੌਣ ਲੱਗ ਪਏ ਨੇ। ਅਜਿਹੇ ਹਾਲਾਤ ਵਿੱਚ ਹੇ ਪਾਲਣਹਾਰ, ਹੇ ਪਰਵਤਗਾਰ, ਹੇ ਦਿਆਲੂ ਪਰਮਾਤਮਾ, ਤੂੰ ਹੀ ਜੇ ਸੰਸਾਰ ਉੱਤੇ ਆਪਣੀ ਮਿਹਰ ਦੀ ਨਜ਼ਰ ਰੱਖੇ ਤਾਂ ਹੀ ਸਾਡਾ ਕੋਈ ਬਚਾਓ ਹੋ ਸਕਦਾ ਹੈ, ਤਾਂ ਹੀ ਸਾਡੇ ਉੱਤੇ ਕੋਈ ਰਹਿਮ ਕਰ ਸਕਦਾ ਹੈ। अगला सिरलेख है दिल्ली शहर। अवल दिल्ली तुरा ने कर अपनी पाई, फिर लई चौहाना आए के अंग खुश कर लाई। फिर लई सी गौरियां कोई मुदत वसाई, फिर लई पठाना आन के घर चौथे आई। फिर लई चुगत्तियां कत मार कुटाई। इस दे विच कवि नजाबत लिखता है, कहते नादर शाह ते मुहम्मद शाह रंगीले की लड़ाई का जिहड़ा मूल कारण है वो कल ते नाद जिहड़े दो पात्र ने उन्हां दी आपसी लड़ाई है। इस विच नजाबत ने दिल्ली शहर का मानवीकरण करदियां होइयां उसनूं एक खूनी लाड़ी के रूप विच पेश किया है, जो एक पति नूं छड्ड के दूजे नूं अपनाउंदी है। उस दे बदले बादशाह ते शहजादे सदा ही एक दूजे दे खून दे प्यासे रहिंदे हन। अवल अवल आंदा सब तो पहला जां सब तो वखरा। अवल दिल्ली तुरा ने, तुरा जिहड़े तोमर हिंदू राजपूतां दी एक जाति है, कर अपनी पाई। नजाबत लिखते हैं कि सब तो पहला दिल्ली नूं तोमर राजपूतां ने वसाया सी। फिर लई चौहाना आन के, इस तो बाद फिर चौहान राजपूतां ने इस नूं अपने गल दे नाल अंग खुश कर लाई, खुशी खुशी दे नाल इन्हां नूं अपने गल ला लिया। फिर लई सी गौरियां कोई मुदत वसाई, कहते फिर मुहम्मद गौरी ने इस नूं अपने कब्जे दे विच करके इस उत्ते लंबे समय लई राज कीता सी। फिर लई पठाना आन के कर चौथे आई, कहते इस तो मगरों चौथी वार पठाना भाव लोधी सुल्तान मुहम्मद शाह रंगीला आप ने इस उत्ते राज किया। फिर लई चुगत्तियां कत मार कुटाई, कहते इस तो बाद लड़ाइयां कर करके चौगत्ते भाव बादशाह भाव चंगेज खां ते तैमूर वंश ने इस उत्ते अपना अधिकार स्थापित कर लिया सी। इस तरह दिल्ली दे उत्ते समय समय सिर राजे महाराजे अते बादशाह राज कमा के इस तो विदा हुंदे रहे। दिल्ली है शियारिए रत धड़ी लवाई, तू मांस खाए राजपुत्रा ज्यों बकर कसाई। कवि नजाबत लिखता है शियारिए, शियारिए तो भाव है जालमे, जालम। कवि नजाबत आखते हैं कि हे जालम दिल्लीए रत धड़ी लवाई, कहते तू सदा ही लहू का शिंगार करती रही है, भाव दूजियां का लहू पींदी है, दूजियां की रत चूसदी रही है। तू मांस खाए राजपुत्रा, कहते तू राजकुमारा ते शहजादियां का मांस इंज खांदी रही है जिवें ज्यों बकर कसाई, जिवें कसाई बकरियां नूं वढ़दा ते उन्हां दा मांस खांदा है। तू लख लहानियां खूनियां मेर मूल ना आई,
ਤੂੰ ਅਣਗਿਣਤ ਫੌਜਾਂ ਮਰਵਾ ਛੱਡੀਆਂ ਹਨ, ਪਰ ਇੰਨਾ ਖੂਨ ਡੁਲਵਾ ਕੇ ਵੀ ਤੈਨੂੰ ਰੱਤਾ ਜਿੰਨਾ ਤਰਸ ਵੀ ਨਹੀਂ ਆਇਆ। ਤੈਨੂੰ ਨੀਵੀਆਂ ਜਿਮੀਆਂ ਸਾਰੀਆਂ ਜਗ ਫਿਰੀ ਦੁਹਾਈ। ਕਹਿੰਦੇ ਤੇਰੇ ਅੱਗੇ ਦੁਨੀਆ ਭਰ ਦੇ ਬਾਦਸ਼ਾਹਾਂ ਨੇ ਆ ਕੇ ਆਪਣੇ ਸੀਸ ਝੁਕਾਏ ਹਨ ਅਤੇ ਤੂੰ ਸਾਰੇ ਸੰਸਾਰ ਦੇ ਵਿੱਚ ਪ੍ਰਸਿੱਧ ਹੋ ਗਈ। ਇੱਕ ਮਾਰੇ ਇੱਕ ਸਿਰ ਧਰੇ ਨਿਤ ਹੁਸਨ ਸਵਾਈ। ਕਹਿੰਦੇ ਤੇਰੇ ਖੂਨ ਖਰਾਬੇ ਦੀ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਮਚ ਗਈ, ਜਗ ਫਿਰੀ ਦੁਆਈ। ਪੂਰੇ ਸੰਸਾਰ ਦੇ ਵਿੱਚ ਤੇਰੇ ਨਾਮ ਦੀ ਦੁਹਾਈ ਮਚ ਗਈ, ਭਾਵ ਕਿ ਹਾਹਾਕਾਰ ਮਚ ਗਈ। ਇੱਕ ਮਾਰੇ ਇੱਕ ਸਿਰ ਧਰੇ ਨਿਤ ਹੁਸਨ ਸਵਾਈ, ਦਿੱਲੀ ਤੋਂ ਸ਼ਹਿਜ਼ਾਦਿਆਂ ਖੈ ਹੁੰਦੀ ਆਈ। ਕਹਿੰਦੇ ਹੇ ਦਿੱਲੀਏ, ਤੂੰ ਆਪਣਾ ਇੱਕ ਖਸਮ ਮਾਰ ਕੇ ਤੇ ਦੂਜਾ ਹੋਰ ਕਰ ਲੈਂਦੀ ਹੈ, ਫਿਰ ਵੀ ਤੇਰਾ ਜਿਹੜਾ ਹੁਸਨ ਹੈ ਸਵਾਈ, ਭਾਵ ਕਿ ਧੂਮ ਸਵਾਇਆ ਹੈ, ਭਾਵ ਇਸ ਖੂਨ ਖਰਾਬੇ ਦੀ ਤੇਰੀ ਸੁੰਦਰਤਾ ਦੇ ਉੱਤੇ ਕੋਈ ਵੀ ਦਾਗ ਨਹੀਂ ਲੱਗਿਆ। ਇਸ ਦਿੱਲੀ ਦੇ ਸਿੰਘਾਸਨ ਨੂੰ ਪ੍ਰਾਪਤ ਕਰਨ ਲਈ ਸ਼ਹਿਜ਼ਾਦਿਆਂ ਦੇ ਵਿਚਕਾਰ ਸਦਾ ਹੀ ਲੜਾਈਆਂ ਹੁੰਦੀਆਂ ਰਹਿੰਦੀਆਂ ਹਨ। ਖਹਿ ਹੁੰਦੀ, ਲੜਾਈ ਹੋਣੀ, ਝਗੜਾ ਹੋਣਾ, ਇਹਨਾਂ ਸ਼ਹਿਜ਼ਾਦਿਆਂ ਦੇ ਵਿਚਕਾਰ ਸਦਾ ਹੀ ਝੜਪਾਂ ਹੁੰਦੀਆਂ ਰਹਿੰਦੀਆਂ ਹਨ। ਧੰਨਵਾਦ।